ਗੁੱਡ ਮਾਰਨਿੰਗ ਬੱਚਿਓ। ਅੱਜ ਅਸੀਂ ਅਗਲਾ ਲੇਖ ਪੜ੍ਹਾਂਗੇ। ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ। ਨਾਹਰ ਸਿੰਘ ਲੇਖਕ ਹੈ ਇਸ ਦਾ। ਗਿੱਧਾ ਕੋਈ ਪਹਿਲੀ ਵਾਰੀ ਅਸੀਂ ਸ਼ਬਦ ਨਹੀਂ ਸੁਣਿਆ। ਹਰ ਖੁਸ਼ੀ ਦੇ ਮੌਕੇ ਦੇ ਉੱਤੇ ਇਹ ਜਿਹੜਾ ਨਾਚ ਹੈ ਜ਼ਰੂਰ ਨੱਚਿਆ ਜਾਂਦਾ ਹੈ। ਭਾਵੇਂ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਨਾਚ ਖਤਮ ਹੋ ਚੁੱਕੇ ਆ, ਪਰ ਗਿੱਧਾ ਅਸਲ ਰੂਪ ਦੇ ਵਿੱਚ ਹਲੇ ਵੀ ਸਾਡੇ ਪਿੰਡਾਂ ਦੇ ਵਿੱਚ, ਸਾਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਖੁਸ਼ੀ ਦੇ ਮੌਕਿਆਂ ਦੇ ਉੱਤੇ ਜ਼ਰੂਰ ਪਾਇਆ ਜਾਂਦਾ ਹੈ। ਕੀ ਕਹਿੰਦੇ ਆ ਨਾਹਰ ਸਿੰਘ ਜੀ? ਗਿੱਧਾ ਪੰਜਾਬਣਾਂ ਦੇ ਰਾਸ਼ਟਰੀ ਨਾਚ ਵਜੋਂ ਮਾਨਤਾ ਪ੍ਰਾਪਤ ਕਰ ਚੁੱਕਾ ਹੈ। ਪੰਜਾਬੀ ਲੋਕ ਨਾਚਾਂ ਵਿੱਚੋਂ ਗਿੱਧਾ ਇੱਕੋ ਇੱਕ ਅਜਿਹਾ ਨਾਚ ਹੈ ਜੋ ਆਪਣੇ ਮੌਲਿਕ ਰੂਪ ਵਿੱਚ ਬਚਿਆ ਵੀ ਰਿਹਾ ਹੈ ਅਤੇ ਆਪਣੇ ਅੰਦਰ ਨਵੇਂ ਪਰਿਵਰਤਨਾਂ ਨੂੰ ਸਮਾਉਂਦਾ ਵੀ ਰਿਹਾ ਹੈ। ਵੰਡ ਤੋਂ ਬਾਅਦ ਪੰਜਾਬ ਦੇ ਸਾਰੇ ਲੋਕ ਨਾਚ ਆਪੋ ਆਪਣੇ ਲੋਕ ਦਾਇਰਿਆਂ ਵਿਚਲੇ ਪਿੜਾਂ ਤੋਂ ਚੱਲ ਕੇ ਆਧੁਨਿਕ ਸਟੇਜ ਉੱਤੇ ਪ੍ਰਵੇਸ਼ ਕਰਦੇ ਹੋਏ ਪੇਸ਼ਕਾਰੀ ਦੇ ਨਵੇਂ ਰੂਪਾਂ ਵਿੱਚ ਢਲਦੇ ਰਹੇ ਹਨ। ਪਿੜ ਤੋਂ ਚੱਲ ਕੇ ਸਟੇਜ ਉੱਤੇ ਪ੍ਰਵੇਸ਼ ਕਰਦਿਆਂ ਇਹਨਾਂ ਨਾਚਾਂ ਨੂੰ ਇੱਕ ਇਤਿਹਾਸਕ ਤੇ ਸੱਭਿਆਚਾਰਕ ਰੂਪਾਂਤਰਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਿਆ ਹੈ। ਪੰਜਾਬ ਦੀ ਵੰਡ ਨਾਲ ਜੁੜੇ ਇਸ ਇਤਿਹਾਸਕ ਅਮਲ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਬਾਕੀ ਅੰਗਾਂ ਦੇ ਨਾਲ ਨਾਲ ਪੰਜਾਬੀ ਲੋਕ ਨਾਚਾਂ ਵਿੱਚ ਵੀ ਗੁਣਾਤਮਕ ਤੇ ਗਿਣਾਤਮਕ ਪਰਿਵਰਤਨ ਆਏ ਹਨ। ਬੱਚਿਓ, 1947 ਵਿੱਚ ਜਦੋਂ ਭਾਰਤ ਪਾਕਿਸਤਾਨ ਵੰਡ ਹੋ ਗਈ ਤਾਂ ਉਦੋਂ ਪੰਜਾਬ ਵੀ ਸਾਡਾ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਇਸ ਵੰਡ ਦੇ ਨਾਲ ਸਾਡੇ ਸੱਭਿਆਚਾਰ ਦੇ ਉੱਤੇ ਬਹੁਤ ਫਰਕ ਪਿਆ, ਸਾਡੇ ਲੋਕ ਨਾਚਾਂ ਦੇ ਉੱਤੇ ਬਹੁਤ ਫਰਕ ਪਿਆ, ਸਾਡੀ ਭਾਸ਼ਾ ਦੇ ਉੱਤੇ ਵੀ ਫਰਕ ਪਿਆ, ਬਹੁਤ ਕੁਛ ਬਦਲਿਆ। ਕਿਉਂਕਿ ਇੱਕ ਇਲਾਕੇ ਦੇ ਲੋਕ ਜਦੋਂ ਇਹ ਉਥਲ ਪੁਥਲ ਹੋਈ ਹੈ ਤਾਂ ਇੱਕ ਇਲਾਕੇ ਦੇ ਲੋਕ ਅਗਰ ਉਹਨਾਂ ਨੂੰ ਦੂਸਰੇ ਇਲਾਕੇ ਦੇ ਵਿੱਚ ਜਾਣਾ ਪਿਆ ਆਪਣਾ ਘਰ-ਬਾਰ ਛੱਡ ਕੇ, ਤਾਂ ਉਹ ਕਿਹੜਾ ਦੂਸਰੇ ਇਲਾਕੇ ਦੇ ਵਿੱਚ ਜਾ ਕੇ ਇੱਕੋ ਥਾਂ ਦੇ ਉੱਤੇ ਜਾ ਕੇ ਵਸ ਗਏ, ਅਲੱਗ-ਅਲੱਗ ਥਾਵਾਂ ਦੇ ਉੱਤੇ ਜਾ ਕੇ ਰਹੇ। ਫਿਰ ਇਸੇ ਕਰਕੇ ਜੋ ਉਹਨਾਂ ਦੀ ਇੱਕ ਬੋਲੀ ਸੀਗੀ ਸਾਂਝੀ, ਨਾ ਤਾਂ ਉਹੀ ਇਕੱਠੀ ਰਹਿ ਸਕੀ, ਜੋ ਉਹਨਾਂ ਦਾ ਉਸ ਆਪਣੇ ਪਿਛਲੇ ਇਲਾਕੇ ਦਾ ਸੱਭਿਆਚਾਰ ਸੀਗਾ, ਨਾ ਹੀ ਉਹ ਉੱਥੇ ਅੱਗੇ ਉਹ ਇਕੱਠੇ ਨਾ ਹੋਣ ਕਰਕੇ ਉਹ ਵੀ ਉਹਨਾਂ ਦਾ ਸਾਥ ਛੱਡ ਗਿਆ। ਅਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਨਾਚ ਵੀ ਸੀਗੇ, ਉਹ ਵੀ ਇਸੇ ਤਰੀਕੇ ਦੇ ਨਾਲ ਹੀ ਖ਼ਤਮ ਹੋਏ। ਜਾਂ ਤਾਂ ਫਿਰ ਅਗਰ ਪੂਰਬੀ ਪੰਜਾਬ ਦੇ ਜਿਹੜੇ ਲੋਕ ਆ ਉਹ ਪੱਛਮੀ ਪੰਜਾਬ ਦੇ ਵਿੱਚ ਗਏ ਆ ਤਾਂ ਫਿਰ ਸਾਰੇ ਇਕੱਠੇ ਇੱਕੋ ਥਾਂ ਦੇ ਉੱਤੇ ਜਾ ਕੇ ਬੈਠਦੇ ਤਾਂ ਵੀ ਸ਼ਾਇਦ ਉਹ ਰੂਪ ਬਚੇ ਰਹਿੰਦੇ। ਚਲੋ, ਇਹ ਪਰਿਵਰਤਨ ਆਇਆ, ਪਰ ਗਿੱਧਾ ਸਾਡਾ ਅਸਲ ਰੂਪ ਦੇ ਵਿੱਚ ਸਾਡੇ ਕੋਲ ਹੈ, ਇਹ ਵੀ ਕਾਫੀ ਹੈ। ਪੱਛਮੀ ਪੰਜਾਬ ਦੇ ਬਹੁਤ ਸਾਰੇ ਲੋਕ ਨਾਚ ਪੂਰਬੀ ਪੰਜਾਬ ਤੱਕ ਅਤੇ ਮੰਚ ਤੱਕ ਪਹੁੰਚਦਿਆਂ ਅਲੋਪ ਹੋ ਗਏ ਹਨ। ਕਿਹੜੇ ਕਿਹੜੇ ਅਲੋਪ ਹੋਏ ਆ? ਲੁੱਡੀ, ਸੰਮੀ, ਝੂਮਰ, ਡੰਡਾਸ, ਜੱਲੀ, ਧਮਾਲ, ਬਾਗੀ, ਭਲਵਾਨੀ ਆਦਿ। ਵੈਸੇ ਜੇ ਦੇਖਿਆ ਜਾਵੇ ਤਾਂ ਸੰਮੀ ਵਗੈਰਾ ਹਲੇ ਮਾੜਾ ਮੋਟਾ ਸਟੇਜਾਂ ਦੇ ਉੱਤੇ ਚੱਲ ਰਿਹਾ, ਅਤੇ ਕਈ ਤਾਂ ਆਪਾਂ ਨਾਮ ਵੀ ਸਿਰਫ ਕਿਤਾਬਾਂ ਦੇ ਵਿੱਚ ਹੀ ਪੜ੍ਹ ਪਾਉਂਦੇ ਹਾਂ, ਜਦੋਂ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਇਹ ਹਿੱਸਾ ਹੁੰਦੇ ਸੀਗੇ ਜ਼ਿੰਦਗੀ ਦਾ। ਖੁਸ਼ੀ ਦੇ ਮੌਕਿਆਂ ਦੇ ਉੱਤੇ ਉਹ ਸਾਰਾ ਕੁਛ ਕਰਦੇ ਹੁੰਦੇ ਸੀਗੇ, ਨੱਚਦੇ ਗਾਉਂਦੇ ਸੀਗੇ। ਕੀ ਕਹਿੰਦਾ? ਲੋਕ ਨਾਚ ਆਪਣੇ ਰੂਪ ਵਿੱਚ ਅਤੇ ਪੇਸ਼ਕਾਰੀ ਵਿੱਚ ਇੰਨੇ ਪਰਿਵਰਤਿਤ ਹੋ ਗਏ ਹਨ ਕਿ ਉਹਨਾਂ ਦਾ ਲੋਕ ਮੁਹਾਂਦਰਾ ਪਛਾਣਨਾ ਮੁਸ਼ਕਲ ਹੋ ਗਿਆ ਹੈ, ਜਿਵੇਂ ਭੰਗੜੇ ਦੇ ਸੰਬੰਧ ਵਿੱਚ ਵਾਪਰਿਆ ਹੈ। ਸੱਭਿਆਚਾਰਕ ਰੂਪਾਂਤਰਣ ਦੇ ਇਸ ਇਤਿਹਾਸਕ ਫੇਜ਼ ਵਿੱਚ ਲੋਕ ਨਾਚ ਗਿੱਧਾ ਹੀ ਬਚ ਸਕਿਆ ਹੈ। ਜਿਵੇਂ ਇਹਨਾਂ ਨੇ ਭੰਗੜੇ ਦੀ ਗੱਲ ਕੀਤੀ ਹੈ, ਭੰਗੜੇ ਦੇ ਵਿੱਚ ਲੁੱਡੀ ਵਗੈਰਾ ਜਾਂ ਝੂਮਰ ਵਗੈਰਾ ਦਾ ਥੋੜ੍ਹਾ ਅੰਸ਼ ਜਿਹੜਾ ਉਹ ਰਲ ਗਿਆ ਹੈ, ਉਹ ਆਪਣਾ ਜਿਹੜਾ ਅਸਲ ਰੂਪ ਹੈ ਉਹ ਗਵਾ ਚੁੱਕੇ ਹੈ ਅਤੇ ਇਹਦਾ ਹਿੱਸਾ ਬਣ ਚੁੱਕੇ ਆ। ਕਹਿੰਦਾ ਸੱਭਿਆਚਾਰਕ ਰੂਪਾਂਤਰਣ ਦੇ ਇਸ ਇਤਿਹਾਸਕ ਫੇਜ਼ ਵਿੱਚ ਲੋਕ ਨਾਚ ਗਿੱਧਾ ਹੀ ਬਚ ਸਕਿਆ ਹੈ, ਜੋ ਆਪਣੇ ਸੁਭਾਅ ਅਤੇ ਸਰੂਪ ਵਿੱਚ ਆਪਣੀ ਲੋਕ ਪਰੰਪਰਾ ਵਾਲੀ ਦਿੱਖ ਨੂੰ ਕਾਇਮ ਰੱਖ ਸਕਿਆ ਹੈ। ਗਿੱਧੇ ਦੇ ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਪੰਜਾਬ ਵੰਡ ਨਾਲ ਇਸ ਨੂੰ ਆਪਣੀ ਭੋਏ ਤੋਂ ਨਹੀਂ ਉਖੜਨਾ ਪਿਆ, ਜਦੋਂ ਕਿ ਪੰਜਾਬ ਦੇ ਬਾਕੀ ਲੋਕ ਨਾਚਾਂ ਉੱਤੇ ਵੰਡ ਦੀ ਅਜਿਹੀ ਮਾਰ ਪਈ ਕਿ ਉਹਨਾਂ ਨੂੰ ਆਪਣੀ ਜਨਮ ਭੂਮੀ ਤੋਂ ਬੇਦਖਲ ਹੋਣਾ ਪਿਆ ਹੈ। ਉੱਧਰਲੇ ਪੰਜਾਬ ਤੋਂ ਸ਼ਰਨਾਰਥੀ ਹੋ ਕੇ ਆਏ ਲੋਕ ਨਾਚਾਂ ਦੇ ਸਰਪ੍ਰਸਤਾਂ ਤੇ ਵਾਰਸਾਂ ਨੇ ਇੱਧਰ ਆ ਕੇ ਆਪਣੀਆਂ ਧਾਰਮਿਕ ਪਰੰਪਰਾਵਾਂ, ਖਾਸ ਕਰਕੇ ਲੋਕ ਨਾਚਾਂ ਦੀ ਵਿਰਾਸਤ ਨੂੰ ਅਣਗੌਲਿਆਂ ਕਰ ਦਿੱਤਾ। ਪਰ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਲੋਕ ਸ਼ਰਨਾਰਥੀ ਦੇ ਰੂਪ ਦੇ ਵਿੱਚ ਆਏ ਸੀਗੇ, ਉਹਨਾਂ ਨੂੰ ਲੋਕ ਨਾਚ ਜਾਂ ਆਪਣੀਆਂ ਜੋ ਵੀ ਰੀਤੀ ਰਿਵਾਜ ਸੀਗੇ, ਜੋ ਵੀ ਸੱਭਿਆਚਾਰ ਸੀਗਾ, ਉਹਨਾਂ ਨੂੰ ਸੁੱਝਦਾ ਕਿੱਥੋਂ ਸੀਗਾ? ਕਿਉਂਕਿ ਉਹਨਾਂ ਨੂੰ ਤਾਂ ਆਪਣੇ ਵਸੇਬੇ ਦੀ ਫਿਕਰ ਸੀਗੀ, ਉਹਨਾਂ ਨੂੰ ਤਾਂ ਆਪਣੇ ਜੀਆਂ ਦੀ ਫਿਕਰ ਬਹੁਤ ਸੀਗੀ। ਕਿਉਂਕਿ ਅੱਧੇ ਤਾਂ ਵੱਡੇ ਟੁੱਕੇ ਪਹੁੰਚੇ, ਕਈ ਉਹਨਾਂ ਦੇ ਜੀਅ ਵਾਪਸ ਹੀ ਨਹੀਂ ਆਏ ਹੀ ਨਹੀਂ, ਘਰੇ ਨਹੀਂ ਪਹੁੰਚੇ, ਵੇਟ ਹੀ ਕਰਦੇ ਰਹਿ ਗਏ ਉਹ, ਹੈ ਨਾ। ਅਤੇ ਫਿਰ ਉਹਨਾਂ ਨੂੰ ਇਹ ਗਿੱਧਾ ਵਗੈਰਾ ਕਿੱਥੋਂ ਸੁੱਝਦਾ ਸੀਗਾ ਆਪਣੇ ਨਾਚ ਨੂੰ ਬਚਾ ਲੈਣਾ, ਜਾਂ ਆਪਣੀਆਂ ਧਾਰਮਿਕ ਰਹੁ ਰੀਤਾਂ ਜਾਂ ਜੋ ਵੀ ਸੱਭਿਆਚਾਰ ਸੀਗਾ ਉਹਨਾਂ ਦਾ ਉਹ ਬਚਾਉਣਾ, ਤਾਂ ਉਹਨਾਂ ਨੂੰ ਸੁੱਝਦਾ ਹੀ ਨਹੀਂ ਸੀਗਾ। ਉਹਨਾਂ ਨੂੰ ਤਾਂ ਰੋਟੀ ਖਾਣ ਦੇ ਲਾਲੇ ਪਏ ਹੋਏ ਸੀਗੇ ਕਿ ਉਹ ਆਪਾਂ ਕਿੱਦਾਂ ਖਾਣੀ ਹੈ ਜਾਂ ਆਪਣਾ ਬਚਾਵ ਕਿਵੇਂ ਕਰਨਾ ਹੈ।
ਰਹਿਣਾ ਕਿੱਥੇ ਆ। ਬਹੁਤ ਸਾਰੀਆਂ ਉਹਨਾਂ ਦੇ ਕੋਲ ਉਸ ਵੇਲੇ ਜਿਹੜੀਆਂ ਸਮੱਸਿਆਵਾਂ ਸੀਗੀਆਂ ਜਿਨ੍ਹਾਂ ਦਾ ਹੱਲ ਉਹਨਾਂ ਨੇ ਲੱਭਣਾ ਸੀਗਾ। ਕਹਿੰਦਾ ਗਿੱਧੇ ਦਾ ਸੱਭਿਆਚਾਰਕ ਕੇਂਦਰ ਮਾਲਵਾ ਹੋਣ ਕਰਕੇ ਇੱਥੇ ਵੰਡ ਦਾ ਸਭ ਤੋਂ ਘੱਟ ਅਸਰ ਪਿਆ। ਗਿੱਧਾ ਇੱਕ ਤਾਂ ਆਪਣੀ ਜਨਮ ਭੋਏ ਤੇ ਲੋਕ ਪਰੰਪਰਾ ਨਾਲ ਜੁੜਿਆ ਰਿਹਾ, ਦੂਜਾ ਗਿੱਧੇ ਦੇ ਵਾਰਸਾਂ ਨੇ ਇਸ ਨਾਚ ਨੂੰ ਲਵਾਰਿਸ ਕਰਾਰ ਨਹੀਂ ਦਿੱਤਾ। ਲਵਾਰਿਸ ਇਸੇ ਕਰਕੇ ਕਰਾਰ ਨਹੀਂ ਨਾ ਦਿੱਤਾ ਕਿਉਂਕਿ ਉਹਨਾਂ ਦੇ ਉੱਤੇ ਵੰਡ ਦਾ ਬਹੁਤ ਵਧੇਰੇ ਅਸਰ ਹੀ ਨਹੀਂ ਪਿਆ। ਜੇਕਰ ਇਹਨਾਂ 'ਤੇ ਵੀ ਪੈਂਦਾ ਤਾਂ ਫਿਰ ਸ਼ਾਇਦ ਗਿੱਧਾ ਵੀ ਬਿਖਰ ਜਾਂਦਾ। ਵੰਡ ਤੋਂ ਬਾਅਦ ਪੰਜਾਬ ਦਾ ਸੱਭਿਆਚਾਰਕ ਮੁਹਾਨ ਮਾਂਝੇ ਦੀ ਥਾਂ ਮਾਲਵੇ ਦੇ ਖੇਤਰ ਵੱਲ ਹੁੰਦਾ ਗਿਆ, ਜਿਸ ਦੇ ਸਿੱਟੇ ਵਜੋਂ ਗਿੱਧੇ ਦੀ ਮਾਨਤਾ ਸਗੋਂ ਵੱਧਦੀ ਗਈ। ਪੰਜਾਬੀ ਭਾਸ਼ਾ ਵਿੱਚ ਮਲਵਈ ਉਪਭਾਸ਼ਾ ਦੀ ਮਹੱਤਤਾ ਵਧਣ ਨਾਲ ਗਿੱਧੇ ਦੀ ਜਿੰਦ ਜਾਨ ਮਲਵਈ ਬੋਲੀਆਂ ਨੂੰ ਪੰਜਾਬ ਦੇ ਸਮੁੱਚੇ ਸਟੇਜੀ ਗਿੱਧਿਆਂ ਨੇ ਅਪਣਾ ਲਿਆ। ਇਸ ਤਰ੍ਹਾਂ ਵੰਡ ਤੋਂ ਬਾਅਦ ਗਿੱਧੇ ਦਾ ਇਲਾਕਾਈ ਤੇ ਸੱਭਿਆਚਾਰਕ ਵਿਸਤਾਰ ਹੋਇਆ। ਗਿੱਧੇ ਦਾ ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਦੂਸਰਾ ਕਾਰਨ ਇਸ ਪਿੱਛੇ ਖੜੀ ਬਲਵਾਨ ਲੋਕ ਪਰੰਪਰਾ ਦਾ ਕਾਇਮ ਰਹਿ ਜਾਣਾ ਹੈ। ਵੰਡ ਤੋਂ ਬਾਅਦ ਖਾਸ ਕਰਕੇ ਖੇਤੀ ਦੇ ਸਨਅਤੀਕਰਨ ਦੇ ਨਾਲ ਪੰਜਾਬ ਦੀ ਲੋਕ ਪਰੰਪਰਾ ਦੇ ਅਨੇਕਾਂ ਅੰਗ ਬਿਖਰ ਗਏ ਹਨ, ਪਰ ਗਿੱਧੇ ਨਾਲ ਜੁੜੀ ਲੋਕ ਪਰੰਪਰਾ ਬਾਕੀ ਅੰਗਾਂ ਦੇ ਮੁਕਾਬਲਤਨ ਘੱਟ ਖੁਰੀ ਹੈ। ਸਮੁੱਚੇ ਪੂਰਬੀ ਪੰਜਾਬ ਵਿੱਚ ਗਿੱਧਾ ਵਿਆਹ ਦੇ ਇੱਕ ਅਨਿੱਖੜ ਅੰਗ ਵਜੋਂ ਮਕਬੂਲ ਰਿਹਾ ਹੈ। ਸਾਡੇ ਵਿਆਹਾਂ ਦਾ ਸਮੁੱਚਾ ਮੁਹਾਂਦਰਾ ਬਦਲ ਗਿਆ ਹੈ, ਪਰ ਫਿਰ ਵੀ ਵਿਆਹ ਦੇ ਇਕੱਠ ਵਿੱਚ ਔਰਤਾਂ ਦਾ ਗਿੱਧਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਇਸ ਤੋਂ ਬਿਨਾਂ ਵਿਆਹ ਦੀ ਖੁਸ਼ੀ ਸੰਪੂਰਨ ਨਹੀਂ ਸਮਝੀ ਜਾਂਦੀ। ਖੁਸ਼ੀ ਦੇ ਸ਼ੁਭ ਸ਼ਗਨ ਵਜੋਂ ਗਿੱਧੇ ਦੀ ਮਹੱਤਤਾ ਬਣੀ ਰਹੀ ਹੈ। ਇਹ ਇੱਕ ਚੰਗੀ ਗੱਲ ਹੈ ਕਿ ਸ਼ਗਨ ਵਜੋਂ ਹੀ ਸਹੀ, ਅਤੇ ਸਾਡੇ ਪੰਜਾਬੀ ਇਹਨੂੰ ਛੱਡਦੇ ਨਹੀਂ ਹੈ। ਖੈਰ, ਔਰਤਾਂ ਨੂੰ ਸ਼ੌਂਕ ਵੀ ਬੜਾ ਹੁੰਦਾ ਹੈ, ਚਾਅ ਵੀ ਬੜਾ ਹੁੰਦਾ ਹੈ। ਵਿਆਹ ਦੇ ਮੌਕਿਆਂ ਦੇ ਉੱਤੇ ਗਿੱਧੇ ਦੇ ਨਾਲ ਉਹ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਬਿਆਨ ਕਰ ਲੈਂਦੀ ਹੈ, ਆਪਣੇ ਮਨ ਦੀ ਭੜਾਸ ਕੱਢ ਲੈਂਦੀ ਹੈ। ਫਿਰ ਕੀ ਕਹਿੰਦਾ, ਗਿੱਧੇ ਦਾ ਤੀਆਂ ਦੇ ਤਿਉਹਾਰ ਨਾਲ ਜੁੜੇ ਹੋਣਾ ਵੀ ਇਸ ਦੀ ਮੌਲਿਕਤਾ ਨੂੰ ਕਾਇਮ ਰੱਖਣ ਵਿੱਚ ਇੱਕ ਮਜ਼ਬੂਤ ਆਧਾਰ ਬਣਿਆ ਹੈ। ਲੋਕ ਧਾਰਾ ਦੇ ਜਿਹੜੇ ਅੰਗ ਕਿਸੇ ਰਹੁ ਰੀਤ, ਪੂਜਾ ਜਾਂ ਤਿਉਹਾਰ ਨਾਲ ਜੁੜੇ ਹੁੰਦੇ ਹਨ, ਉਹਨਾਂ ਦੀ ਉਮਰ ਬਾਕੀ ਅੰਗਾਂ ਨਾਲੋਂ ਕਿਤੇ ਵੱਧ ਲੰਮੇਰੀ ਤਾਂ ਹੁੰਦੀ ਹੀ ਹੈ, ਸਗੋਂ ਉਹਨਾਂ ਅੰਗਾਂ ਦਾ ਰੂੜ ਰੂਪਾਂ ਵਿੱਚ ਕਾਇਮ ਰੱਖਿਆ ਜਾਣਾ ਵੀ ਅਨਿਵਾਰੀ ਸਮਝਿਆ ਜਾਂਦਾ ਹੈ। ਉਦਾਹਰਣ ਵਜੋਂ ਹਰ ਮਲਵੈਣ ਦਾ ਤੀਆਂ ਦੇ ਗਿੱਧੇ ਵਿੱਚ ਨੱਚਣਾ ਉਸਦੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ। ਤੀਆਂ ਦੇ ਪਿੜ ਵਿੱਚੋਂ ਸਿੱਖਿਅਤ ਹੋਈਆਂ ਮਲਵੈਣਾਂ ਸੁਭਾਵਿਕ ਹਨ ਵਿਆਹ ਦੇ ਗਿੱਧੇ ਵਿੱਚ ਵਧੇਰੇ ਜਸ਼ਨ ਨਾਲ ਸ਼ਰੀਕ ਹੁੰਦੀਆਂ ਹੋਣਗੀਆਂ ਤੇ ਹੁੰਦੀਆਂ ਰਹੀਆਂ ਹਨ। ਇਹ ਗੱਲ ਬਿਲਕੁਲ ਸਹੀ ਹੈ। ਮਾਲਵੇ ਦੇ ਵਿੱਚ ਤੁਸੀਂ ਇੱਧਰ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਵਗੈਰਾ ਅਗਰ ਚਲੇ ਜਾਈਏ ਅਸੀਂ, ਤਾਂ ਇੱਥੇ ਜੋ ਵਿਆਹਾਂ ਦੇ ਵਿੱਚ ਗਿੱਧਾ ਪੈਂਦਾ ਹੈ ਸ਼ਾਇਦ ਇਸ ਆਪਣੇ ਦੁਆਬੇ ਦੇ ਇਲਾਕੇ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ। ਜੋ ਉਹਨਾਂ ਦੇ ਕੋਲ ਬੋਲੀਆਂ ਵੀ ਸਾਰੀਆਂ ਪੁਰਾਣੀਆਂ ਹੈ ਅਤੇ ਉਹਨਾਂ ਦਾ ਗਿੱਧਾ ਪਾਉਣ ਦਾ ਜਿਹੜਾ ਤਰੀਕਾ ਹੈ ਪੂਰੇ ਜੋਸ਼ ਦੇ ਨਾਲ ਉਹ ਪਾਉਣੀ ਹੈ। ਹਾਲੇ ਆਪਣਾ ਜਿਹੜਾ ਦੁਆਬਾ ਹੈ ਪਤਾ ਨਹੀਂ ਤਾਂ ਬਾਹਰ, ਕਿਉਂਕਿ ਇੱਥੇ ਜ਼ਿਆਦਾ ਥੋੜ੍ਹਾ ਪ੍ਰਭਾਵ ਹੈਗਾ, ਇਸ ਕਰਕੇ ਵੈਸਟਰਨ ਥੋੜ੍ਹਾ ਜਿਹਾ ਜ਼ਿਆਦਾ ਉਹ ਕਰ ਰਹੇ ਆ ਅਤੇ ਗਿੱਧੇ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਪਿੱਛੇ ਰੱਖਿਆ ਹੋਇਆ। ਅਤੇ ਪਰ ਮਾਲਵੇ ਦੇ ਵਿੱਚ ਵਾਕਈ ਹਲੇ ਵੀ ਪ੍ਰੋਪਰ ਚੱਲ ਰਿਹਾ ਗਿੱਧਾ। ਅੱਗੇ ਕੀ ਹੈ, ਗਿੱਧੇ ਦਾ ਆਪਣੇ ਲੋਕ ਪਰੰਪਰਕ ਰੂਪ ਵਿੱਚ ਬਚੇ ਰਹਿਣ ਦਾ ਇੱਕ ਹੋਰ ਵੱਡਾ ਕਾਰਨ ਇਸ ਦੀ ਪੇਸ਼ਕਾਰੀ ਦੇ ਰੂਪ ਵਿਧਾਨਕ ਪੱਖੋਂ ਵੀ ਹੈ। ਗਿੱਧਾ ਪੇਸ਼ਕਾਰੀ ਰੂਪ ਅਤੇ ਬਣਤਰ ਵਿੱਚ ਇੰਨਾ ਲਚਕੀਲਾ ਲੋਕ ਨਾਚ ਹੈ ਕਿ ਇਸ ਵਿੱਚ ਨਵੇਂ ਪਰਿਵਰਤਨਾਂ ਨੂੰ ਸਮਾਉਣ ਦੀ ਅਸੀਮ ਸਮਰੱਥਾ ਹੈ। ਕੋਈ ਵੀ ਚੀਜ਼ ਜਦੋਂ ਲਚਕੀਲੀ ਹੁੰਦੀ ਹੈ ਤਾਂ ਉਹਦੇ ਜੀਵਤ ਰਹਿਣ ਦਾ ਜਿਹੜਾ ਚਾਂਸ ਜ਼ਿਆਦਾ ਹੁੰਦਾ ਹੈ, ਅਤੇ ਗਿੱਧੇ ਦੇ ਵਿੱਚ ਵੀ ਕੁਛ ਐਸਾ ਹੀ ਹੈ ਕਿਉਂਕਿ ਇਹਦੇ ਕੋਈ ਖਾਸ ਨਿਯਮ ਤਾਂ ਹੈ ਨਹੀਂ ਗਿੱਧਾ ਪਾਉਣ ਦੇ। ਕੀ ਕਹਿੰਦਾ, ਇਸ ਦਾ ਇੱਕ ਕਾਰਨ ਇਹ ਹੈ ਕਿ ਜਿੱਥੇ ਬਾਕੀ ਲੋਕ ਨਾਚ ਸਮੁੱਚੀ ਪੇਸ਼ਕਾਰੀ ਦੇ ਸੰਦਰਭ, ਨਾਚ ਮੁਦਰਾਵਾਂ ਅਤੇ ਨਾਚ ਲਹਿਰੀਆਂ ਵਿੱਚ ਬਹੁਤ ਨਿਸ਼ਚਿਤ ਹਨ, ਉੱਥੇ ਗਿੱਧਾ ਇਹਨਾਂ ਪੱਖਾਂ ਵਿੱਚ ਬਹੁਤ ਖੁੱਲ੍ਹਾ ਡੁੱਲਾ ਅਤੇ ਘੱਟ ਨਿਯਮਿਤ ਹੈ। ਕਿਉਂਕਿ ਬਾਕੀ ਜਿਹੜੇ ਨਾਚ ਜਿਹੜੇ ਅਲੋਪ ਹੋਏ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਨਿਯਮ ਹੈ ਉਹ ਬਹੁਤ ਨਿਸ਼ਚਿਤ ਹੁੰਦੇ ਸੀਗੇ ਕਿ ਨਹੀਂ, ਆਹ ਜਿਹੜੀ ਮੁਦਰਾ ਇਸੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ, ਪਰ ਗਿੱਧੇ ਦੇ ਵਿੱਚ ਕੋਈ ਖਾਸ ਐਸਾ ਹੈ ਨਹੀਂ। ਕਹਿੰਦਾ ਗਿੱਧੇ ਵਿਚਲੇ ਨਾਚ ਐਕਟ ਨੇ ਬੋਲੀ ਵਿਚਲੇ ਭਾਵ ਅਤੇ ਪੇਸ਼ ਸਥਿਤੀ ਅਨੁਸਾਰ ਚੱਲਣਾ ਹੁੰਦਾ ਹੈ, ਕਿਸੇ ਪੂਰਵ ਨਿਸ਼ਚਿਤ ਨਾਚ ਮੁਦਰਾ ਵਿੱਚ ਨਹੀਂ। ਗਿੱਧੇ ਵਿੱਚ ਨੱਚਣ ਵਾਲੀ ਨੇ ਬੋਲੀ ਪਾ ਕੇ ਬੋਲੀ ਦੀ ਅੰਤਮ ਤੁਕ ਤੋੜੇ ਵਿੱਚ ਕਹੇ ਭਾਵ ਨੂੰ ਨਾਚ ਮੁਦਰਾਵਾਂ ਵਿੱਚ ਪੇਸ਼ ਕਰਨਾ ਹੁੰਦਾ ਹੈ। ਇਹ ਲੋਕ ਬੋਲੀਆਂ ਸਮੇਂ ਦੇ ਪ੍ਰਭਾਵ ਨਾਲ ਹੌਲੇ ਹੌਲੇ ਬਦਲਦੀਆਂ ਰਹਿੰਦੀਆਂ ਹਨ। ਜਿੰਨੇ ਵੀ ਵੈਸੇ ਅਗਰ ਆਪਾਂ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਦੇ ਵਿੱਚ ਬਦਲਾਵ ਆ ਹੀ ਜਾਂਦਾ। ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇੱਕੋ ਹੀ ਬੋਲੀ ਨੂੰ ਅਗਰ ਤੁਸੀਂ ਸੁਣੋਗੇ ਤਾਂ ਥੋੜ੍ਹਾ ਬਹੁਤ ਉਹਦੇ ਵਿੱਚ ਫਰਕ ਹੁੰਦਾ। ਕਹਿੰਦਾ ਇਸ ਤਰ੍ਹਾਂ ਲੋਕ ਨਾਚ ਗਿੱਧਾ ਲੋਕ ਪਰੰਪਰਾ ਦੇ ਅੰਗ ਸੰਗ ਰਹਿ ਕੇ ਜੀਵਨ ਦੇ ਨਵੇਂ-ਨਵੇਂ ਅਨੁਭਵਾਂ ਨੂੰ ਆਪਣੇ ਵਿੱਚ ਸਮਾਉਂਦਾ ਆਇਆ ਹੈ।
ਇਸੇ ਤਰੀਕੇ ਨਾਲ ਕੁਝ ਹੋਰ ਕਾਰਨ ਵੀ ਦੱਸੇ ਆ। ਕੀ ਕਹਿੰਦੇ ਆ, ਗਿੱਧਾ ਸ਼ਾਇਦ ਭਾਰਤ ਦੇ ਸਭ ਲੋਕ ਨਾਚਾਂ ਨਾਲੋਂ ਵੱਧ ਥੀਮਕ ਵੰਨ ਸੁਵੰਨਤਾ ਵਾਲਾ ਨਾਚ ਹੈ। ਨਾਚ ਦੀਆਂ ਚਾਲਾਂ, ਗਤੀਆਂ ਤੇ ਮੁਦਰਾਵਾਂ ਦੇ ਲਿਹਾਜ਼ ਨਾਲ ਗਿੱਧਾ ਨਾਚ ਬੇਹੱਦ ਲਚਕੀਲਾ ਤੇ ਵੰਨਗੀਆਂ ਭਰਪੂਰ ਹੈ। ਗਿੱਧੇ ਦੀਆਂ ਨਾਚ ਮੁਦਰਾਵਾਂ ਨੇ ਕਿਉਂਕਿ ਬੋਲੀਆਂ ਅਨੁਸਾਰ ਚੱਲਣਾ ਹੁੰਦਾ ਹੈ ਅਤੇ ਬੋਲੀਆਂ ਕਾਵਿ ਦਾ ਅੰਗ ਹੋਣ ਕਰਕੇ ਜੀਵਨ ਦੀ ਵਿਵਿਧਤਾ, ਵਿਸ਼ਾਲਤਾ ਤੇ ਭਾਵ ਦੀ ਗਹਿਰਾਈ ਨੂੰ ਸਹਿਜੇ ਹੀ ਪ੍ਰਗਟਾ ਸਕਦੀਆਂ ਹਨ। ਬੋਲੀਆਂ ਵਿੱਚ ਦੇਵੀ ਮਾਤਾ ਦੀ ਪੂਜਾ ਦੇ ਸ਼ਰਧਾਮਈ ਬੋਲ ਤੋਂ ਲੈ ਕੇ ਕਾਮ ਦੇ ਆਦਿਮ ਪ੍ਰਗਟਾ ਤੱਕ ਅਤੇ ਜੀਵਨ ਦੀ ਹਰ ਕੁੜੱਤਣ, ਗਮ, ਦੁੱਖ ਤੇ ਹੇਰਵੇਂ ਤੋਂ ਲੈ ਕੇ ਹਰ ਚਾਹ, ਉਮੰਗ, ਸਦਰ ਅਤੇ ਸੁਪਨੇ ਤੱਕ ਦੇ ਹਰ ਭਾਵ ਦੀ ਪੇਸ਼ਕਾਰੀ ਜੀਵਨ ਦੀ ਹਰ ਸਥਿਤੀ ਅਤੇ ਰਿਸ਼ਤਿਆਂ ਦੇ ਹਰ ਸੁਮੇਲ ਤੇ ਟਕਰਾਓ ਨੂੰ ਬੋਲੀ ਵਿੱਚ ਬੋਧ-ਬੱਧ ਕੀਤਾ ਜਾ ਸਕਦਾ ਹੈ। ਇਹ ਤਾਂ ਜਿਹਨੇ ਇੱਕ ਵਾਰੀ ਗਿੱਧਾ ਦੇਖਿਆ ਹੋਵੇ ਉਹਨੂੰ ਸਭ ਪਤਾ ਹੋਏਗਾ। ਜਦੋਂ ਔਰਤਾਂ ਗਿੱਧਾ ਪਾਉਂਦੀਆਂ, ਜਦੋਂ ਬੋਲੀਆਂ ਪਾਉਂਦੀਆਂ, ਤਾਂ ਕਈ ਵਾਰੀ ਸਾਡੇ ਵਰਗੇ ਪੜ੍ਹੇ ਲਿਖੇ ਨੂੰ ਇਹ ਲੱਗਦਾ ਹੁੰਦਾ ਕਿ ਇਹ ਤਾਂ ਵਾਕਈ ਅਨਪੜ੍ਹਾਂ ਦਾ ਹੀ ਹੋਊਗਾ, ਪਰ ਅਨਪੜ੍ਹਾਂ ਦਾ ਨਹੀਂ ਹੁੰਦਾ। ਇਹ ਸਾਡਾ ਸੱਭਿਆਚਾਰ ਹੈ, ਕਿਉਂਕਿ ਉਹਨਾਂ ਦੀਆਂ ਬੋਲੀਆਂ ਕਈ ਐਸੀਆਂ ਤਿੱਖੀਆਂ ਹੁੰਦੀਆਂ ਕਿ ਸਾਨੂੰ ਸੁਣਨ ਵੇਲੇ ਵੀ ਸ਼ਰਮ ਆਉਂਦੀ ਹੈ ਕਈ ਵਾਰ, ਹੈ ਨਾ। ਪਰ ਨਹੀਂ, ਇਹ ਸਾਡਾ ਸੱਭਿਆਚਾਰ ਹੈ। ਸਾਡੇ ਜਿਹੜੇ ਔਰਤ ਹੈ ਉਹਨੂੰ ਇੰਨੀ ਖੁੱਲ੍ਹ ਤਾਂ ਹੁੰਦੀ ਨਹੀਂ ਸੀਗੀ ਬੋਲਣ ਦੀ ਸਮਾਜ ਦੇ ਵਿੱਚ, ਅਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਉਹ ਗਿੱਧੇ, ਨਾਚ ਜਾਂ ਬੋਲੀਆਂ ਵਗੈਰਾ ਦੇ ਰੂਪ ਦੇ ਵਿੱਚ ਉਹ ਆਪਣੇ ਮਨ ਦੀ ਭੜਾਸ ਕੱਢ ਲੈਂਦੀਆਂ ਸੀਗੀਆਂ। ਇਹ ਵੀ ਇੱਕ ਕਾਰਨ ਹੈ ਇਹਦਾ ਕਿ ਗਿੱਧਾ ਜਿਹੜਾ ਉਹ ਸਾਡੇ ਨਜ਼ਦੀਕ ਰਿਹਾ। ਕਹਿੰਦਾ ਇਸੇ ਕਰਕੇ ਜੀਵਨ ਦੇ ਹਰ ਮੂਡ ਅਤੇ ਸਥਿਤੀ ਨੂੰ ਇਸ ਨਾਚ ਰੂਪ ਵਿੱਚ ਥਾਂ ਮਿਲਣ ਦੀ ਅਨੰਤ ਸੰਭਾਵਨਾ ਹੈ। ਬੋਲੀ ਵਿਚਲੇ ਥੀਮ ਨੂੰ ਨਾਚ ਮੁਦਰਾ ਦਾ ਰੂਪ ਦੇਣ ਲਈ ਇਸ ਨਾਚ ਰੂਪ ਵਿੱਚ ਪੂਰਨ ਖੁੱਲ੍ਹ ਹੁੰਦੀ ਹੈ ਕਿ ਅਦਾਕਾਰਾ ਆਪਣੇ ਜਿਸਮ ਦੇ ਹਰ ਅੰਗ ਨੂੰ ਕਿਸੇ ਵੀ ਢੰਗ ਨਾਲ ਕਲਾਤਮਕ ਵਿਧੀ ਨਾਲ ਹਰਕਤ ਵਿੱਚ ਲਿਆ ਸਕਦੀ ਹੈ। ਨਾਚ ਪੇਸ਼ਕਾਰੀ ਲਈ ਖਲੋ ਕੇ, ਬੈਠ ਕੇ, ਝੁਕ ਕੇ, ਤੇਜ਼ ਦੌੜ ਕੇ, ਮੁੱਧੇ ਸਿੱਧੇ ਹੋ ਕੇ, ਜਿਵੇਂ ਜੀ ਆਵੇ ਪੇਸ਼ਕਾਰ ਬੋਲੀ ਦੇ ਥੀਮ ਨੂੰ ਨਾਚ ਅਦਾਵਾਂ ਵਿੱਚ ਢਾਲ ਲਵੇ। ਇਸ ਨਾਚ ਵਿੱਚ ਸਰੀਰ ਦਾ ਹਰ ਅੰਗ ਅੱਡੀ ਤੋਂ ਲੈ ਕੇ ਚੋਟੀ ਤੱਕ ਨੂੰ ਨਾਚ ਮੁਦਰਾ ਲਈ ਇੱਕ ਮਾਧਿਅਮ ਵਜੋਂ ਵਰਤ ਲੈਣ ਦੀ ਖੁੱਲ੍ਹ ਹੁੰਦੀ ਹੈ। ਸਮੁੱਚੇ ਬਦਨ ਦੇ ਨਾਚ ਰੂਪ ਵਿੱਚ ਢਲਣ ਦੀ ਖੁੱਲ੍ਹ ਬਾਕੀ ਲੋਕ ਨਾਚਾਂ ਨਾਲੋਂ ਗਿੱਧੇ ਵਿੱਚ ਕਿਤੇ ਵਧੇਰੇ ਹੈ। ਗਿੱਧੇ ਦੇ ਪਿੜ ਅੰਦਰ ਇਹ ਜਦੋਂ ਨਾਚ ਜੋੜੀਆਂ ਦੇ ਰੂਪ ਵਿੱਚ ਅਦਾ ਕੀਤਾ ਜਾਂਦਾ ਹੈ ਤਾਂ ਵੀ ਇੱਕੋ ਬੋਲ ਉੱਪਰ ਦੋਵੇਂ ਧਿਰਾਂ ਨੂੰ ਵਿਅਕਤੀਗਤ ਖੁੱਲ੍ਹ ਬਹੁਤ ਹੁੰਦੀ ਹੈ ਕਿ ਉਹ ਵਿਸ਼ੇਸ਼ ਬੋਲ ਨੂੰ ਆਪੋ ਆਪਣੀ ਕਲਾ ਪ੍ਰਤਿਭਾ ਅਨੁਸਾਰ ਨਾਚ ਮੁਦਰਾਵਾਂ ਵਿੱਚ ਸਿਰਜ ਲੈਣ। ਇਸ ਤਰ੍ਹਾਂ ਲੋਕ ਨਾਚ ਗਿੱਧਾ ਅਸਲੋਂ ਹੀ ਖੁੱਲ੍ਹੀਆਂ ਨਾਚ ਮੁਦਰਾਵਾਂ ਵਾਲਾ ਨਾਚ ਹੈ। ਨਾਚ ਮੁਦਰਾਵਾਂ ਦੀ ਅਜਿਹੀ ਖੁੱਲ੍ਹ ਵੀ ਇਸ ਨਾਚ ਰੂਪ ਦੇ ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਇੱਕ ਆਧਾਰ ਬਣੀ ਹੈ। ਜਿੰਨੀ ਜਿਸ ਕਿਸੇ ਲੋਕ ਗੀਤ ਜਾਂ ਲੋਕ ਨਾਚ ਦੇ ਵਿੱਚ ਖੁੱਲ੍ਹ ਹੋਏਗੀ, ਉਨਾ ਹੀ ਉਹਦੇ ਬਚਣ ਦੇ ਆਸਾਰ ਜ਼ਿਆਦਾ ਹੁੰਦੇ ਆ। ਜੇਕਰ ਕਠੋਰਤਾ ਹੋਵੇ, ਲਚਕੀਲਾਪਨ ਘੱਟ ਹੋਵੇ, ਫਿਰ ਉਹਦੇ ਗੁੰਮ ਹੋਣ ਦੇ ਜਿਹੜਾ ਕਾਰਨ ਹੈ ਉਹ ਵੱਧ ਜਾਂਦੇ ਆ। ਵੰਡ ਤੋਂ ਬਾਅਦ ਪੰਜਾਬ ਦੇ ਜਿਹੜੇ ਲੋਕ ਨਾਚ ਥੋੜ੍ਹਾ ਬਹੁਤ ਮੰਚ ਉੱਤੇ ਆਏ ਵੀ ਹਨ, ਜਿਵੇਂ ਝੂਮਰ, ਲੁੱਡੀ, ਗੁਰਦਾਸਪੁਰੀ ਬਾਬਿਆਂ ਦਾ ਭੰਗੜਾ, ਮਲਵਈ ਮਰਦਾਂ ਦਾ ਗਿੱਧਾ ਆਦਿ, ਉਹ ਵੀ ਸੰਬੰਧਿਤ ਲੋਕ ਦਾਇਰਿਆਂ ਵਾਲੀ ਪਿੜ ਪੇਸ਼ਕਾਰੀ ਤੋਂ ਬਹੁਤ ਜ਼ਿਆਦਾ ਨਿਖੜ ਚੁੱਕੇ ਹਨ। ਪਰ ਗਿੱਧੇ ਵਿੱਚ ਇਹ ਬਹੁਤ ਮਾਮੂਲੀ ਹੋਇਆ ਹੈ, ਜਿਵੇਂ ਗੋਲ ਦਾਇਰੇ ਦੀ ਥਾਂ ਯੂ ਸ਼ਕਲ ਦੀ ਮੰਚ ਪੇਸ਼ਕਾਰੀ ਆਦਿ। ਜਿਵੇਂ ਅਗਰ ਅਸੀਂ ਪਿੰਡ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਦੇਖੀਏ ਗਿੱਧਾ, ਤਾਂ ਉੱਥੇ ਤਾਂ ਹਾਲੇ ਵੀ ਗੋਲ ਧਾਰਾ ਬਣਾ ਕੇ ਹੀ, ਹੈ ਨਾ, ਗੋਲ ਦਾਇਰਾ ਬਣਾ ਲੈਣਾ, ਤਾਂ ਵਿੱਚ ਜਿਹੜਾ ਉਹ ਗਿੱਧਾ ਪਾਇਆ ਜਾਂਦਾ। ਖੈਰ, ਸਟੇਜ 'ਤੇ ਜਦੋਂ ਪਾਇਆ ਜਾਂਦਾ ਤਾਂ ਉਦੋਂ ਯੂ ਸ਼ਕਲ ਹੁੰਦੀ ਹੈ। ਗਿੱਧੇ ਦੀ ਅਜੋਕੀ ਮੰਚ ਪੇਸ਼ਕਾਰੀ ਵਿੱਚ ਵੀ ਲੋਕ ਦਾਇਰਿਆਂ ਵਾਲੀ ਲੋਕ ਪੇਸ਼ਕਾਰੀ, ਤੀਆਂ, ਵਿਆਹ ਆਦਿ ਦਾ ਅਨੁਸਰਣ ਕਰਨ ਦੀ ਸੁਚੇਤ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਗਿੱਧੇ ਦੀ ਜਾਨਦਾਰ ਲੋਕ ਪਰੰਪਰਾ ਦੇ ਤੇ ਪੇਸ਼ਕਾਰੀ ਦੀ ਰਚਨਾ ਵਿਧਾਨਕ ਖੁੱਲ੍ਹ ਕਾਰਨ ਹੀ ਸੰਭਵ ਹੋਇਆ ਹੈ। ਇਸੇ ਕਾਰਨ ਹੋ ਸਕਦਾ ਹੈ ਕਿ ਕੋਈ ਕੱਟੜ ਨਾਚ ਸ਼ਾਸਤਰੀ ਗਿੱਧੇ ਨੂੰ ਸ਼ੁੱਧ ਨਾਚ ਨਾ ਮੰਨੇ, ਅਤੇ ਜੇਕਰ ਕੋਈ ਨਾਚ ਸ਼ਾਸਤਰੀ ਕਵੇ ਕਿ ਜਿਹੜਾ ਗਿੱਧਾ ਹੈ ਉਹ ਸ਼ੁੱਧ ਨਾਚ ਨਹੀਂ ਹੈ, ਅਤੇ ਫਿਰ ਇਹਦੇ ਨਾਲ ਪੰਜਾਬੀਆਂ ਨੂੰ ਫਰਕ ਵੀ ਕੋਈ ਨਹੀਂ ਪੈਂਦਾ, ਕਿਉਂਕਿ ਪੰਜਾਬੀ ਵਧੇਰੇ ਆਪਣੇ ਮਨ ਨੂੰ ਖੁਸ਼ ਰੱਖ ਕੇ ਜੀਣ ਵਾਲੇ ਇਨਸਾਨ ਹੈ। ਅੱਗੇ ਕੀ ਕਹਿੰਦਾ, ਗਿੱਧੇ ਦੀ ਸਮੁੱਚੀ ਪੇਸ਼ਕਾਰੀ ਸਾਦਾ ਜਿਹੀ ਹੈ। ਗੋਲ ਦਾਇਰੇ ਵਿੱਚ ਅੰਦਰ ਬਾਹਰ ਮੂੰਹ ਕਰਕੇ ਕੁੜੀਆਂ ਖਲੋ ਜਾਂਦੀਆਂ ਹਨ, ਜਿਸ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ। ਇਹੋ ਜਿਹੀਆਂ ਗੱਲਾਂ ਯਾਦ ਰੱਖਿਓ, ਘੱਗਰੀ ਪਿੜ ਕਿਹਾ ਜਾਂਦਾ ਹੈ, ਕਿਉਂਕਿ ਇਹ ਵੈਸੇ ਸ਼ਬਦ ਵਰਤੇ ਨਹੀਂ ਜਾਂਦੇ ਆਪਣੇ ਸਮਾਜ ਦੇ ਵਿੱਚ। ਜਦੋਂ ਗਿੱਧਾ ਵਗੈਰਾ ਪੈਂਦਾ ਪਿੜ ਜ਼ਰੂਰ ਕਹਿ ਦਿੱਤਾ ਜਾਂਦਾ, ਘੱਗਰੀ ਪਿੜ ਨਹੀਂ ਕਹਿੰਦੇ। ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀਆਂ ਆਰੰਭਦੀਆਂ ਹਨ, ਬਾਕੀ ਸਾਰੀਆਂ ਕੁੜੀਆਂ ਤਾੜੀ ਦੀ ਸਾਂਝੀ ਤਾਲ ਨਾਲ ਬੋਲਣ ਵਾਲੀ ਦੇ ਬੋਲ ਨੂੰ ਹੁੰਗਾਰਾ ਭਰਦੀਆਂ ਅਤੇ ਲੈਅਬੱਧ ਕਰਦੀਆਂ ਹਨ। ਬੋਲੀ ਦਾ ਇੱਥੇ ਕੁਝ ਸਤਰਾਂ: ਗਿੱਧਾ ਗਿੱਧਾ ਕਰਦੀ ਮੇਲਣੇ, ਗਿੱਧਾ ਪਊ ਬਥੇਰਾ, ਪਿੰਡ ਦੇ ਮੁੰਡੇ ਢੁੱਕ ਕੇ ਆ ਗਏ, ਕੀ ਬੁੱਢੜਾ ਕੀ ਠੇਰਾ,
ਅੱਖ ਪੱਟ ਕੇ ਦੇਖ ਤੂੰ ਕੇਰਾ ਭਰਿਆ ਪਿਆ ਨਮੇਰਾ, ਨੱਚ ਕਲਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ। ਬੋਲੀ ਦੀ ਅੰਤਿਮ ਤੁਕ ਜਿਸ ਨੂੰ ਤੋੜਾ ਕਹਿੰਦੇ ਹਨ, ਉਸ ਨੂੰ ਸਾਰੀਆਂ ਕੁੜੀਆਂ ਵੱਲੋਂ ਉੱਚੀ ਸੁਰ ਤੇ ਤੇਜ਼ ਗਤੀ ਦੇ ਬੋਲਾਂ ਵਿੱਚ ਚੁੱਕਿਆ ਤੇ ਦੁਹਰਾਇਆ ਜਾਂਦਾ ਹੈ। ਬੋਲੀ ਦੀਆਂ ਪਹਿਲੀਆਂ ਸਾਰੀਆਂ ਤੁਕਾਂ ਗਾ ਕੇ ਜਾਂ ਉਚਾਰ ਕੇ ਬੋਲੀਆਂ ਜਾਂਦੀਆਂ ਹਨ, ਪਰ ਤੋੜੇ ਨੂੰ ਸਮੂਹ ਵੱਲੋਂ ਇੱਕਦਮ ਤੇ ਇੱਕ ਸਾਂਝੀ ਲੈਅ ਵਿੱਚ ਚੁੱਕਣਾ ਇੱਕ ਲਾਜ਼ਮੀ ਸ਼ਰਤ ਹੁੰਦੀ ਹੈ। ਤੇ ਇਹ ਜੋ ਗੱਲਾਂ ਲਿਖੀਆਂ ਹੋਈਆਂ ਤੁਹਾਡੇ ਲਈ ਕੋਈ ਨਵੀਆਂ ਨਹੀਂ ਹੈ, ਤੁਸੀਂ ਸੁਣਿਆ ਹੋਇਆ ਗਿੱਧਾ ਹੈ ਨਾ, ਬੋਲੀਆਂ ਪਾਉਂਦੀਆਂ ਜਨਾਨੀਆਂ ਤੁਸੀਂ ਸੁਣੀਆਂ ਹੋਈਆਂ ਵਿਆਹਾਂ ਦੇ ਵਿੱਚ ਜਾਂ ਸਟੇਜ ਦੇ ਉੱਤੇ ਤਾਂ ਦੇਖਿਆ ਹੀ ਹੋਇਆ ਤੁਸੀਂ। ਤੋੜੇ ਦੇ ਬੋਲ ਆਉਂਦਿਆਂ ਹੀ ਦੋ ਕੁੜੀਆਂ ਪਿੜ ਦੇ ਅੰਦਰ ਆ ਕੇ ਬੋਲੀ ਵਿਚਲੇ ਭਾਵ ਨੂੰ ਨਾਚ ਮੁਦਰਾਵਾਂ ਦਾ ਰੂਪ ਦੇਣ ਲਈ ਨੱਚਣ ਲੱਗ ਪੈਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਆਮ ਤੌਰ ਤੇ ਪਿੜ ਦੇ ਅੰਦਰ ਉਲਟ ਦਿਸ਼ਾਵਾਂ ਤੋਂ ਪ੍ਰਵੇਸ਼ ਕਰਦੀਆਂ ਹਨ। ਇਹ ਕੁੜੀਆਂ ਤੋੜੇ ਨੂੰ ਗਾਉਂਦੀਆਂ ਹੋਈਆਂ, ਝੁਕ ਕੇ ਤਾੜੀ ਮਾਰਦੀਆਂ, ਅੱਡੀ ਤੇ ਪੱਬਾਂ ਨਾਲ ਝਾਂਜਰਾਂ ਛਣਕਾਉਂਦੀਆਂ ਹੋਈਆਂ ਵਿਰੋਧੀ ਪਾਸਿਆਂ ਤੋਂ ਚੱਲ ਕੇ ਪਿੜ ਦੇ ਐਨ ਵਿਚਕਾਰ ਇੱਕ ਦੂਜੀ ਨਾਲ ਅੱਖ ਮਿਲਾ ਕੇ ਕੱਟਦੀਆਂ ਹੋਈਆਂ ਲੰਘਦੀਆਂ ਹਨ। ਇਸ ਤਰ੍ਹਾਂ ਖੁੱਲ੍ਹੇ ਪਿੜ ਅੰਦਰ ਇਹ ਕੁੜੀਆਂ ਅੱਠ ਦੀ ਸ਼ਕਲ ਬਣਾਉਂਦੀਆਂ ਹੋਈਆਂ ਨੱਚਦੀਆਂ ਹਨ। ਨਾਚ ਦੀ ਤੇਜ਼ ਚਾਲ ਵਿੱਚ ਚੱਲਦੀਆਂ ਇਹ ਭਰਮੇ ਜਿਸਮ ਦੀ ਲਚਕ ਨਾਲ ਸ਼ੋਖੀ ਭਰੇ ਢੰਗ ਨਾਲ ਸੰਬੰਧਿਤ ਭਾਵ ਦੀ ਪ੍ਰਦਰਸ਼ਨੀ ਕਰਦੀਆਂ ਹਨ। ਜਿਨ੍ਹਾਂ ਬੋਲੀਆਂ ਵਿੱਚ ਤੇਜ਼ ਚਾਲ ਦੇ ਨਾਚ ਦੀ ਲੋੜ ਨਾ ਹੋਵੇ, ਉੱਥੇ ਇਹ ਪਿੜ ਦੇ ਅੰਦਰ ਆਮੋ ਸਾਹਮਣੇ ਖਲੋ ਕੇ ਨਾਚ ਮੁਦਰਾਵਾਂ ਧਾਰਨ ਕਰਦੀਆਂ ਹਨ। ਗਿੱਧੇ ਦੀਆਂ ਬੋਲੀਆਂ ਵਿੱਚ ਆਮ ਤੌਰ ਤੇ ਦੋ ਪਾਤਰਾਂ ਦੇ ਸੰਵਾਦ, ਦੋ ਰਿਸ਼ਤਿਆਂ ਦੇ ਟਕਰਾਓ ਜਾਂ ਕਿਸੇ ਸਥਿਤੀ ਦੇ ਦੋ ਪਹਿਲੂਆਂ ਨੂੰ ਨਾਟਕੀ ਯੁਗਤ ਵਿੱਚ ਪੇਸ਼ ਕੀਤਾ ਗਿਆ ਹੁੰਦਾ ਹੈ। ਇਸੇ ਨਾਟਕੀ ਬੋਲ ਵਿਚਲੀ ਸਥਿਤੀ ਨੂੰ ਨੱਚਣ ਵਾਲੀਆਂ ਨੇ ਨਾਚ ਮੁਦਰਾਵਾਂ ਦਾ ਰੂਪ ਦੇਣਾ ਹੁੰਦਾ ਹੈ। ਤੇ ਇਹ ਜਿਹੜਾ ਨਾਟਕ ਹੁੰਦਾ ਹੈ ਜੋ ਵਿੱਚ ਖੇਡਿਆ ਜਾਂਦਾ ਹੈ, ਤੁਸੀਂ ਸਟੇਜ ਤੇ ਵੀ ਦੇਖਿਆ ਹੋਏਗਾ, ਹੈ ਨਾ। ਤੇ ਇਹ ਬਹੁਤ ਚਾਅ ਦੇ ਨਾਲ ਦੇਖਿਆ ਜਾਂਦਾ ਹੈ ਦਰਸ਼ਕਾਂ ਦੁਆਰਾ, ਦੇਖਣ ਵਾਲਿਆਂ ਦੁਆਰਾ, ਕਿਉਂਕਿ ਪ੍ਰੋਪਰ ਨਾਟਕ ਕਰਦੀਆਂ ਉਹਦੇ ਵਿੱਚ ਕੁੜੀਆਂ। ਤੇ ਜੇਕਰ ਤੁਸੀਂ ਕਿਸੇ ਪਿੰਡ ਦੇ ਵਿੱਚ ਦੇਖ ਲਓ ਤਾਂ ਉੱਥੇ ਤਾਂ ਡਰਾਮਾ ਦੇਖਣ ਵਾਲਾ ਹੁੰਦਾ ਹੈ। ਕਿਸੇ ਦੀ ਵੀ ਘਰ ਦੇ ਵਿੱਚੋਂ ਕੋਈ ਵੀ ਬੰਦਾ ਹੈ, ਕਿਸੇ ਦੀ ਵੀ ਪੈਂਟ ਜਾਂ ਕੁੜਤਾ ਪਜਾਮਾ ਚੱਕ ਕੇ ਕਿਸੇ ਵੀ ਜਨਾਨੀ ਦੁਆਰਾ ਪਾ ਲਿਆ ਜਾਂਦਾ, ਫਿਰ ਉਹ ਨਾਟਕ ਕਰਦੀਆਂ, ਉਹ ਜ਼ਿਆਦਾ ਅੱਛਾ ਲੱਗਦਾ ਹੈ। ਕੀ ਕਹਿੰਦਾ, ਕੀ ਬੋਲ ਹੈ, ਗੋਲ ਮੋਲ ਮੈਂ ਪੱਟਾਂ ਟੋਆ ਵਿੱਚ ਸ਼ਰਾਬਾਂ ਕੱਢਦੀ, ਪਹਿਲਾ ਪੈਗ ਤੂੰ ਪੀਵੇ ਆਸ਼ਕਾ, ਫੇਰ ਬੋਤਲਾਂ ਭਰਦੀ, ਦਾਰੂ ਪੀ ਕੇ ਗੁੱਟ ਹੋ ਜਾਂਦੀ, ਫੇਰ ਕਲੋਲਾਂ ਕਰਦੀ, ਖੂਨਣ ਧਰਤੀ ਤੇ ਬੋਚ ਬੋਚ ਪੱਬ ਧਰਦੀ। ਜਦੋਂ ਨੱਚਣ ਵਾਲੀਆਂ ਦੋਵੇਂ ਜਣੀਆਂ ਕਿਸੇ ਇੱਕੋ ਸਥਿਤੀ ਵਿੱਚ ਇੱਕ ਦੂਜੀ ਦਾ ਪੂਰਕ ਰੋਲ ਕਰ ਰਹੀਆਂ ਹੋਣ ਤਾਂ ਉਹ ਪਿੜ ਵਿੱਚ ਖਲੋਤੀਆਂ ਬਾਕੀ ਕੁੜੀਆਂ ਨੂੰ ਇੱਕ ਧਿਰ ਮਿੱਥ ਕੇ ਮੁਖਾਤਬ ਹੁੰਦੀਆਂ ਹਨ। ਹਰਵੇ ਬਾਬਲਾ ਹਰਵੇ, ਮੇਰਾ ਮਾਝੇ ਸਾਕ ਨਾ ਕਰਵੇ, ਮਾਝੇ ਦੇ ਜੱਟ ਬੁਰੇ ਸੁਣੀਂਦੇ, ਪਾਉਂਦੇ ਊਂਠ ਨੂੰ ਖਲਵੇ, ਖਲ ਤਾਂ ਮੇਤੋਂ ਕੁੱਟੀ ਨਾ ਜਾਵੇ, ਗੁੱਤੋਂ ਲੈਂਦੇ ਫੜਵੇ, ਮੇਰਾ ਉਡੇ ਡੋਰੀਆ ਮਹਿਲਾਂ ਵਾਲੇ ਘਰਵੇ। ਗਿੱਧੇ ਦੀ ਬੋਲੀ ਵਿੱਚ ਕਿਸੇ ਇੱਕ ਸਥਿਤੀ ਨੂੰ ਉਸਾਰਿਆ ਜਾਂ ਸਮਾਜਿਕ ਜੀਵਨ ਦੀ ਇੱਕ ਝਾਕੀ ਨੂੰ ਉਘਾੜਿਆ ਜਾਂਦਾ ਹੈ। ਬੋਲੀ ਦਾ ਤੋੜਾ ਇਸ ਝਾਕੀ ਦਾ ਨਾਟਕੀ ਸਿਖਰ ਹੁੰਦਾ ਹੈ। ਗਿੱਧੇ ਦੀਆਂ ਨਾਚ ਮੁਦਰਾਵਾਂ ਵਿੱਚ ਸਿਰਫ ਤੋੜੇ ਵਿਚਲੀ ਇਸੇ ਨਾਟਕੀ ਸਿਖਰ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗਿੱਧੇ ਨਾਲ ਸੰਬੰਧਿਤ ਬੋਲੀ ਦਾ ਆਪਣਾ ਇੱਕ ਵਿਸ਼ੇਸ਼ ਕਾਵ ਗਠਨ ਹੁੰਦਾ ਹੈ। ਇਸ ਬੋਲੀ ਦਾ ਤੋੜਾ ਲਾਜ਼ਮੀ ਹੀ ਕਿਸੇ ਦਵੰਦ, ਟਕਰਾਓ ਜਾਂ ਭਾਵ ਦੇ ਸੰਘਣੇਪਨ ਦਾ ਕਲਾਤਮਕ ਪ੍ਰਗਟਾਵਾ ਹੁੰਦਾ ਹੈ। ਜਿਸ ਤਰ੍ਹਾਂ ਸਮੁੱਚੀ ਬੋਲੀ ਪਰਤ ਦਰ ਪਰਤ ਕਰਕੇ ਇੱਕ ਨਾਟਕੀ ਸਥਿਤੀ ਨੂੰ ਉਘਾੜਦੀ ਹੈ ਅਤੇ ਤੋੜਾ ਉਸ ਦਾ ਸਿਖਰ ਹੋਣ ਕਰਕੇ ਸਮੂਹ ਵੱਲੋਂ ਸਾਂਝੇ ਬੋਲ ਵਿੱਚ ਚੁੱਕਿਆ ਜਾਂਦਾ ਹੈ, ਇਸੇ ਤਰ੍ਹਾਂ ਗਿੱਧੇ ਦੇ ਪਿੜ ਵਿਚਲੀਆਂ ਕੁੜੀਆਂ ਤਾੜੀ ਮਾਰ ਕੇ ਬੋਲੀ ਨੂੰ ਨਾਚ ਹੁੰਗਾਰਾ ਭਰਦੀਆਂ ਹਨ ਅਤੇ ਤੋੜੇ ਨੂੰ ਨਾਚ ਮੁਦਰਾ ਦਾ ਰੂਪ ਦਿੰਦੀਆਂ ਹਨ। ਇਸ ਤਰ੍ਹਾਂ ਗਿੱਧੇ ਦੀਆਂ ਬੋਲੀਆਂ ਦਾ ਤੋੜਾ ਬੜਾ ਅਹਿਮ ਹੁੰਦਾ ਹੈ, ਕਾਵਿਕ ਪੱਖੋਂ ਵੀ, ਨਾਟਕੀ ਪੱਖੋਂ ਵੀ ਤੇ ਨਾਚ ਮੁਦਰਾਵਾਂ ਦੇ ਪੱਖ ਤੋਂ ਵੀ। ਤੋੜੇ ਵਿੱਚ ਸੰਘਣੇ ਭਾਵ ਦੀ ਨਾਟਕੀ ਟਕਰਾਓ ਦੀ ਯੁਗਤ ਵਿੱਚ ਪੇਸ਼ਕਾਰੀ ਹੁੰਦੀ ਹੈ। ਫਿਰ ਟੋਟਾ, ਪਿੰਡਾਂ ਵਿੱਚੋਂ ਪਿੰਡ ਸੁਣੀਦਾ ਰਣੀਆਂ, ਅੱਧੀ ਰਾਤ ਨਾਲ ਹਨੇਰੀ ਆਉਂਦੀ, ਪਿਛਲੀ ਰਾਤ ਨਾਲ ਕਣੀਆਂ, ਕੁੜਤੀ ਭਿੱਜ ਕੇ ਹਿੱਕ ਨਾਲ ਲੱਗ ਗਈ, ਸੁਰਮਾ ਹੋ ਗਿਆ ਡਲੀਆਂ, ਰਾਤ ਕਟਾ ਮਿੱਤਰਾ ਹੁਣ ਜਿੰਦੜੀ ਨੂੰ ਬਣੀਆਂ। ਗਿੱਧੇ ਵਿੱਚ ਨਾਚ ਦੀ ਗਤੀ ਦੇ ਅਨੁਸਾਰ ਬੋਲੀਆਂ ਦੀ ਚੋਣ ਕੀਤੀ ਜਾਂਦੀ ਹੈ। ਜਦੋਂ ਗਿੱਧਾ ਹਾਲੇ ਧੀਮੀ ਤੌਰ ਤੇ ਆਰੰਭ ਹੋਇਆ ਹੁੰਦਾ ਹੈ, ਉਦੋਂ ਆਮ ਕਰਕੇ ਲੰਮੀ ਬੋਲੀ
ਪਾਈ ਜਾਂਦੀ ਹੈ। ਲੰਮੀ ਬੋਲੀ ਵਿੱਚ ਬੋਲੀ ਉਚਾਰਕ ਕਾਫੀ ਸਮਾਂ ਲੈ ਜਾਂਦੀ ਹੈ। ਉਹਨਾਂ ਸਮਾਂ ਬਾਕੀ ਜਾਣੀਆਂ ਤਾੜੀਆਂ ਮਾਰ ਕੇ ਬੋਲੀ ਨੂੰ ਹੁੰਗਾਰਾ ਭਰਦੀਆਂ ਜਾਂਦੀਆਂ ਹਨ। ਇਸ ਤਰ੍ਹਾਂ ਲੰਮੀਆਂ ਬੋਲੀਆਂ ਨਾਲ ਇੱਕ ਬੋਲੀ ਦੇ ਤੋੜੇ ਤੋਂ ਦੂਜੀ ਬੋਲੀ ਦੇ ਤੋੜੇ ਤੱਕ ਕਾਫੀ ਵਕਫਾ ਮਿਲ ਜਾਂਦਾ ਹੈ। ਲੰਮੀਆਂ ਬੋਲੀਆਂ ਉਨਾ ਚਿਰ ਹੀ ਚੱਲਦੀਆਂ ਹਨ ਜਿੰਨਾ ਚਿਰ ਗਿੱਧਾ ਪੂਰਾ ਗਰਮ ਨਾ ਹੋਇਆ ਹੋਵੇ। ਕਈ ਵਾਰੀ ਜਦੋਂ ਮੁਟਿਆਰਾਂ ਗਿੱਧਾ ਪਾ ਕੇ ਥੱਕ ਗਈਆਂ ਹੋਣ ਤਾਂ ਵੀ ਲੰਮੀ ਬੋਲੀ ਪਾ ਕੇ ਥੋੜ੍ਹੇ ਸਮੇਂ ਲਈ ਦਮ ਮਾਰ ਲਿਆ ਜਾਂਦਾ ਹੈ। ਪਰ ਆਮ ਤੌਰ 'ਤੇ ਲੰਮੀਆਂ ਬੋਲੀਆਂ ਗਿੱਧੇ ਦੇ ਸ਼ੁਰੂ ਵਿੱਚ ਓਨੇ ਸਮੇਂ ਲਈ ਪਾਈਆਂ ਜਾਂਦੀਆਂ ਹਨ ਜਿੰਨੇ ਸਮੇਂ ਲਈ ਗਿੱਧੇ ਨੂੰ ਧੀਮੀ ਗਤੀ ਨਾਲ ਚਲਾਉਣਾ ਹੁੰਦਾ ਹੈ। ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਥੀਮਕ ਗਠਨ ਦੇ ਪੱਖੋਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਉਹ ਜਿਨ੍ਹਾਂ ਵਿੱਚ ਥੀਮਕ ਇਕਾਗਰਤਾ ਹੁੰਦੀ ਹੈ। ਇਹਨਾਂ ਵਿੱਚ ਬੋਲੀ ਦੀ ਪਹਿਲੀ ਤੁਕ ਤੋਂ ਲੈ ਕੇ ਤੋੜੇ ਤੱਕ ਕਿਸੇ ਇੱਕੋ ਸਥਿਤੀ, ਦ੍ਰਿਸ਼ ਜਾਂ ਭਾਵ ਦੀ ਉਸਾਰੀ ਕੀਤੀ ਜਾਂਦੀ ਹੈ। ਦੂਜੀ ਤਰ੍ਹਾਂ ਦੀਆਂ ਬੋਲੀਆਂ ਉਹ ਹਨ ਜਿਨ੍ਹਾਂ ਵਿੱਚ ਕੋਈ ਇੱਕੋ ਸਥਿਤੀ, ਪਾਤਰ, ਭਾਵ ਜਾਂ ਦ੍ਰਿਸ਼ ਦੇ ਪੱਖੋਂ ਬਦਲਦੀ ਚਲੀ ਜਾਂਦੀ ਹੈ। ਅਜਿਹੀ ਬੋਲੀਆਂ ਵਿੱਚ ਹਰ ਸਤਰ ਆਪੋ ਆਪਣੀ ਥਾਵੇਂ ਸੁਤੰਤਰ ਇਕਾਈ ਹੁੰਦੀ ਹੈ ਅਤੇ ਨਾਚ ਲਈ ਸਿਰਫ ਤੋੜੇ ਵਾਲੇ ਬੋਲ ਨੂੰ ਹੀ ਚੁੱਕਿਆ ਜਾਂਦਾ ਹੈ। ਅਜਿਹੀ ਬੋਲੀ ਵਿੱਚ ਥੀਮਕ ਇਕਾਗਰਤਾ ਦੀ ਥਾਵੇਂ ਥੀਮਕ ਵਿਵਿਧਤਾ ਹੁੰਦੀ ਹੈ। ਇਹਦੇ ਨਾਲ ਸੰਬੰਧਿਤ ਟੋਟਾ ਕੀ ਹੈ? ਸੋਟੀ 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 ਬੀਨ ਵਜਾ ਜੋਗੀਆ, ਤੈਨੂੰ ਦਊਂਗੀ ਮੱਕੀ ਦੀ ਰੋਟੀ, ਪਤਲੇ ਜੇ ਲੱਕ ਆਲਿਆ ਤੈਨੂੰ ਆਦਤ ਪੈ ਗਈ ਖੋਟੀ, ਮੋਹਰੇ ਘੋੜਾ ਮਿੱਤਰਾਂ ਦਾ ਮਗਰ ਫੁੱਲਾਂ ਵਾਲੀ ਬੋਤੀ, ਮੇਲਣ ਮੁੰਡਿਆਂ ਨੇ ਡਿੱਗਦੀ ਚੁਬਾਰਿਓਂ ਬੋਚੀ। ਧੀਮੀ ਗਤੀ ਦੇ ਗਿੱਧੇ ਨਾਲ ਟੱਪੇ ਵੀ ਚੱਲਦੇ ਹਨ। ਟੱਪਾ ਇੱਕ ਤੁਕੀ ਬੋਲੀ ਨੂੰ ਕਹਿੰਦੇ ਹਨ। ਟੱਪੇ ਦੇ ਬੋਲਾਂ ਵਿੱਚ ਬੋਲੀ ਦੇ ਤੋੜੇ ਵਾਲੀ ਗਤੀ ਨਹੀਂ ਆ ਸਕਦੀ। ਇਸ ਲਈ ਜਦੋਂ ਟੱਪਿਆਂ ਉੱਤੇ ਨੱਚਣਾ ਹੋਵੇ ਤਾਂ ਇੱਕ ਅੱਧ ਬੋਲ ਜਾਂ ਤੁਕਾਂਗ ਜੋੜ ਕੇ ਟੱਪੇ ਨੂੰ ਗਾਇਆ ਜਾਂਦਾ ਹੈ। ਗਿੱਧੇ ਵਿੱਚ ਟੱਪੇ ਆਮ ਤੌਰ 'ਤੇ ਉਦੋਂ ਗਾਏ ਜਾਂਦੇ ਹਨ ਜਦੋਂ ਮੁਟਿਆਰਾਂ ਨੇ ਗਿੱਧਾ ਆਰੰਭ ਕਰਨਾ ਹੋਵੇ ਜਾਂ ਗਿੱਧਾ ਪਾ ਕੇ ਥੱਕ ਗਈਆਂ ਹੋਣ। ਉਸ ਸਮੇਂ ਸਾਂਝੀ ਤਾੜੀ ਦੇ ਹੁਲਾਰੇ ਨਾਲ ਗਿੱਧੇ ਦੇ ਪਿੜ ਵਿੱਚ ਖਲੋ ਕੇ ਟੱਪੇ ਗਾਏ ਜਾਂਦੇ ਹਨ। ਤਾੜੀ ਤੇ ਬੋਲ ਵਿੱਚ ਇੱਕ ਸੁਰਤਾ ਲਿਆਉਣ ਲਈ ਟੱਪੇ ਦੇ ਨਾਲ ਬੱਲੇ ਬੱਲੇ ਜੋੜ ਲਿਆ ਜਾਂਦਾ ਹੈ। ਜਿਵੇਂ ਬੱਲੇ ਬੱਲੇ ਵੇ ਦੁਨੀਆ ਧੰਦ ਪਿੱਟਦੀ, ਮੌਜਾਂ ਲੁੱਟਦੀ ਕੁਲਾਲ ਵਾਲੀ ਉਤਮੀ, ਬੱਲੇ ਬੱਲੇ ਵੇ ਮੈਨੂੰ ਕਹਿੰਦਾ ਦੇਖਾਂ ਵਾਲੀਆਂ, ਗੱਲ ਲੈ ਗਿਆ ਮੱਕੀ ਦੇ ਟੁੱਕ ਵਰਗੀ, ਬੱਲੇ ਬੱਲੇ ਵੇ ਕਾਨੂੰ ਗੋਦੀ ਰੰਨ ਮਰ ਜੇ ਜਿਹਨੇ ਕੱਟਿਆ ਨਾ ਤੀਆਂ ਦਾ ਮੁਰੱਬਾ, ਬੱਲੇ ਬੱਲੇ ਵੇ ਮਰ ਜਾਣ ਸਿੰਘ ਸਭੀਏ ਜਿਨ੍ਹਾਂ ਗਿੱਧੇ ਨੇ ਪਿੰਡਾਂ 'ਚੋਂ ਬੰਦ ਕੀਤੇ, ਬੱਲੇ ਬੱਲੇ ਵੇ ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵੀ ਛੋੜੇ ਪਾਵੇ। ਅੱਜ ਲਈ ਇੰਨਾ ਹੀ ਕਰਾਂਗੇ। ਅਗਲੇ ਭਾਗ ਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਲੈ ਸਕਦੇ ਹੋ। ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।